ਵਾਹਿਗੁਰੂ ਸਾਹਿਬ ਜੀਓ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਬਾਪੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮਿਗੈ ਨੋ ਫੁਰਮਾਨ ਹੋਆ, ਵਰਸਹੁ ਕਿਰਪਾ ਧਾਰ। ਸਗਲ ਦੁਆਰ ਕੋ ਛੱਡ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਤੁਰਥੋ ਬਚਨ, ਅੰਮ੍ਰਿਤ ਵੇਲੇ ਜਾਗਣਾ। ਯਾਦ ਰੱਖੋ ਗੁਰ ਵਾਕ, ਆਲਸ ਨੀਂਦ ਤਿਆਗ ਕੇ। ਸਾਵਧਾਨ ਹੋਇ ਆਪ, ਚਤੁਰਥੋ ਬਚਨ ਦੋਹਰਾ। ਅੰਮ੍ਰਿਤ ਵੇਲੇ ਜਾਗਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ, ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਸ਼ਾਮਾਂ ਵੇਲੇ ਦੇ ਦੀਵਾਨਾਂ ਅੰਦਰ ਪਹੁੰਚ ਕਰਕੇ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਦੇ ਜਿਹੜੇ 52 ਉਪਦੇਸ਼, 52 ਹੁਕਮ, ਉਹਨਾਂ ਦੀ ਜਿਹੜੀ ਲੜੀਵਾਰ ਵਿਚਾਰ ਆਪਾਂ ਰਲ ਮਿਲ ਕਰਕੇ ਪ੍ਰਾਰੰਭ ਕੀਤੀ ਹੋਈ ਹੈ, ਜਿਸ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਚੌਥਾ ਬਚਨ ਹੈ, ਉਹ ਖਾਲਸੇ ਗੁਰਸਿੱਖਾਂ ਦੇ ਤਾਈਂ ਇਹ ਬਖਸ਼ਿਆ ਹੈ ਕਿ ਜਿਹੜਾ ਅੰਮ੍ਰਿਤ ਵੇਲੇ ਦਾ ਜਾਗਣਾ। ਇੱਕ ਵਾਰ ਸ਼੍ਰੀ ਰਾਮਚੰਦਰ ਜੀ ਨੂੰ ਰਿਸ਼ੀ ਮੁਨੀਆਂ ਦੇ ਕੋਲ ਵਿਚਾਰ ਚੱਲੀ। ਸ਼੍ਰੀ ਰਾਮਚੰਦਰ ਨੇ ਪੁੱਛਿਆ ਕਿ ਜਿਹੜਾ ਅੰਮ੍ਰਿਤ ਹੈ ਉਹ ਆਖਰ ਕਿੱਥੇ ਵਸਦਾ ਹੈ।
ਤੇ ਰਿਸ਼ੀ ਮੁਨੀ ਆਪਣੀ ਸਮਰੱਥਾ ਦੇ ਅਨੁਸਾਰ, ਸੋਝੀ ਸਮਝ ਦੇ ਅਨੁਸਾਰ ਆਖਣ ਲੱਗੇ ਕਿ ਜਿਹੜਾ ਅੰਮ੍ਰਿਤ ਹੈ ਉਹ ਤਾਂ ਸਮੁੰਦਰ ਹੈ, ਸਮੁੰਦਰ ਜਿਹੜਾ ਹੈ ਉਹ ਅੰਮ੍ਰਿਤ ਨੂੰ ਪੈਦਾ ਕਰਨ ਵਾਲਾ ਹੈ। ਪਰ ਸ਼੍ਰੀ ਰਾਮਚੰਦਰ ਜੀ ਆਖਣ ਲੱਗੇ ਕਿ ਜੇ ਸਮੁੰਦਰ ਅੰਮ੍ਰਿਤ ਰੂਪ ਹੈ ਤੇ ਫਿਰ ਉਹ ਆਪ ਕਿਉਂ ਖਾਰਾ ਹੈ। ਇਸ ਵਿਚਾਰ ਨੂੰ ਵੀ ਸ਼੍ਰੀ ਰਾਮਚੰਦਰ ਜੀ ਨੇ ਕੱਟ ਦੇਣਾ ਕੀਤਾ। ਦੂਸਰਾ ਫਿਰ ਇਹ ਆਖਣ ਲੱਗੇ ਕਿ ਜਿਹੜਾ ਚੰਦਰਮਾ ਹੈ ਉਹ ਅੰਮ੍ਰਿਤ ਰੂਪ ਹੈ। ਸ਼੍ਰੀ ਰਾਮਚੰਦਰ ਜੀ ਨੇ ਫਿਰ ਆਖਿਆ ਕਿ ਜਿਹੜਾ ਚੰਦਰਮਾ ਹੈ ਉਹ ਤੇ ਆਪ ਕਲੰਕੀ ਹੈ, ਉਸ ਨੂੰ ਤੇ ਆਪ ਕੋੜ ਦਾ ਜਿਹੜਾ ਰੋਗ ਹੈ ਉਹ ਵਿਆਪਦਾ ਹੈ, ਉਹ ਵੀ ਅੰਮ੍ਰਿਤ ਰੂਪ ਨਹੀਂ ਹੋ ਸਕਦਾ। ਤੀਸਰਾ ਫਿਰ ਰਿਸ਼ੀ ਮੁਨੀਆਂ ਨੇ ਆਖਿਆ ਕਿ ਜਿਹੜੀ ਔਰਤ ਦਾ ਜਿਹੜਾ ਮੁਖ ਹੈ ਉਹ ਅੰਮ੍ਰਿਤ ਰੂਪ ਹੈ। ਸ਼੍ਰੀ ਰਾਮਚੰਦਰ ਜੀ ਆਖਣ ਲੱਗੇ ਕਿ ਜੇ ਵਿਸ਼ੇ ਵਿਕਾਰਾਂ ਦੇ ਵਿੱਚ ਅੰਮ੍ਰਿਤ ਹੋਵੇ ਤੇ ਫਿਰ ਵਿਸ਼ੇ ਵਿਕਾਰ ਭੋਗਣ ਵਾਲਾ ਜਿਹੜਾ ਜੀਵ ਹੈ ਉਸ ਦੀ ਮੌਤ ਕਿਉਂ ਆਉਂਦੀ ਹੈ, ਉਹ ਫਿਰ ਅਮਰ ਕਿਉਂ ਨਹੀਂ ਹੋ ਜਾਂਦਾ। ਪੰਜਵਾਂ ਇਹ ਆਖਣ ਲੱਗੇ ਕਿ ਜਿਹੜਾ ਅੰਮ੍ਰਿਤ ਹੈ ਉਹ ਸ਼ੇਸ਼ ਨਾਗ ਦੀ ਫਣੀ ਦੇ ਵਿੱਚ ਹੈ। ਪਰ ਫਿਰ ਸ਼੍ਰੀ ਰਾਮਚੰਦਰ ਨੇ ਆਖਿਆ ਕਿ ਜੇ ਸ਼ੇਸ਼ ਨਾਗ ਦੇ ਕੋਲ ਅੰਮ੍ਰਿਤ ਹੈ ਫਿਰ ਉਹ ਆਪਣੀ ਜ਼ਹਿਰ ਦੇ ਨਾਲ ਕਿਉਂ ਤੜਫਦਾ ਹੈ। ਆਖਰ ਸ਼੍ਰੀ ਰਾਮਚੰਦਰ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਹੀ ਦੱਸਣਾ ਕਰੋ ਕਿ ਜਿਹੜਾ ਅੰਮ੍ਰਿਤ ਹੈ ਉਹ ਕਿੱਥੇ ਵਸਦਾ ਹੈ। ਸ਼੍ਰੀ ਰਾਮਚੰਦਰ ਜੀ ਆਖਣ ਲੱਗੇ ਕਿ ਜਿਹੜਾ ਅਸਲ ਅੰਮ੍ਰਿਤ ਹੈ, ਜਿਹੜੇ ਸਾਧੂ ਮਹਾਤਮਾ ਹਨ, ਗੁਰਸਿੱਖ ਨਾਮ ਅਭਿਆਸੀ ਹਨ, ਉਹਨਾਂ ਦੀ ਸੰਗਤ ਦੇ ਵਿੱਚੋਂ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਹੀ ਸਿੱਧ ਪੁਰਸ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਵੀ ਬੇਨਤੀ ਕੀਤੀ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਕਿ ਸਾਡੀ ਇਹ ਜਿਹੜੀ ਝੂਠ ਦੀ ਜਿਹੜੀ ਪਾਲ ਹੈ, ਇਹ ਕੰਧ ਬਣੀ ਹੋਈ ਹੈ, ਇਹ ਕਿਵੇਂ ਸਾਡੀ ਟੁੱਟੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਾਵਨ ਸ੍ਰੀ ਜਪਜੀ ਸਾਹਿਬ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਉੱਪਰ ਬੜਾ ਤਰਸ ਕੀਤਾ ਹੈ। ਸਾਨੂੰ ਆਮ ਜਿਹੜੇ ਪ੍ਰਚਲਿਤ ਵਹਿਮ ਭਰਮ ਸਨ ਉਹਨਾਂ ਦੇ ਵਿੱਚੋਂ ਕੱਢ ਕੇ ਪਰਮੇਸ਼ਰ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਦੀ ਜਿਹੜੀ ਪੂਜਾ ਹੈ ਉਸ ਦੀ ਮਨਾਹੀ ਕਰਕੇ ਸਾਨੂੰ ਸਭ ਤੋਂ ਜਿਹੜੀ ਉੱਤਮ ਦਾਤ ਹੈ ਉਹ ਅੰਮ੍ਰਿਤ ਵੇਲੇ ਦੀ ਬਖਸ਼ੀ ਹੈ। ਤੇ ਅੰਮ੍ਰਿਤ ਵੇਲੇ ਦੇ ਜਿਹੜੀ ਮਹਾਨਤਾ ਹੈ ਉਹ ਇਹ ਹੈ, ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਕਿ ਇਹ ਜਿਹੜਾ ਸਾਡਾ ਤਪਦਾ ਹੋਇਆ ਹਿਰਦਾ ਹੈ, ਮਨ ਨੂੰ ਜਿਹੜੀ ਠੰਡਤਾਈ ਦੇਣ ਵਾਲਾ, ਸੀਤਲਤਾਈ ਦੇਣ ਵਾਲਾ ਉਹ ਅੰਮ੍ਰਿਤ ਨਾਮ ਹੈ। ਅੰਮ੍ਰਿਤ ਦਾ ਸਿੱਧਾ ਅਰਥ ਹੈ ਜਿਹੜਾ ਵੇਲਾ ਸਾਨੂੰ ਮੌਤ ਤੋਂ ਰਹਿਤ ਕਰ ਦੇਵੇ। ਆਮ ਕਰਕੇ ਜਿਹੜੇ ਨਵੇਂ ਬਣੇ ਅਨਪੜ੍ਹ ਜਿਹੜੇ ਪ੍ਰਚਾਰਕ ਨੇ ਉਹ ਇਹ ਗੱਲਾਂ ਨੂੰ ਆਖਦੇ ਨੇ ਕਿ ਜਦੋਂ ਵੀ ਉੱਠੋ ਉਦੋਂ ਹੀ ਅੰਮ੍ਰਿਤ ਵੇਲਾ ਹੈ। ਖਾਸ ਕਰਕੇ ਜਿਹੜਾ ਆਪੂ ਬਣਿਆ ਪ੍ਰਚਾਰਕ ਹੈ ਉਹ ਇਦਾਂ ਦੀਆਂ ਗੱਲਾਂ ਕਰਦਾ ਜਿਸ ਨੇ ਨਾ ਬਾਣੀ ਪੜ੍ਹੀ
ਨਾ ਚੰਗੀ ਤਰ੍ਹਾਂ ਇਤਿਹਾਸ ਨੂੰ ਵਾਚਿਆ ਤੇ ਨਾ ਹੀ ਕਿਸੇ ਉਸਤਾਦ ਦੀਆਂ ਮਾਰਾਂ ਖਾਧੀਆਂ। ਪਾਵਨ ਗੁਰਬਾਣੀ ਦੇ ਵਿੱਚੋਂ ਸਾਨੂੰ ਬਚਨ ਮਿਲਦੇ ਹਨ ਕਿ ਸਿੱਖ ਦੀ ਪਹਿਲੀ ਨਿਸ਼ਾਨੀ ਹੀ ਇਹ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਪਹਿਲਾ ਜਿਹੜਾ ਸਾਡਾ ਪਾਵਨ ਅੰਮ੍ਰਿਤ ਵੇਲੇ ਦਾ ਕਰਮ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਪਾਵਨ ਨਾਮ ਹੈ ਇਸ ਨੂੰ ਜਪਣਾ। ਆਪਣੇ ਸਮੇਂ ਦੇ ਅਨੁਸਾਰ ਅਸੀਂ ਜਿਹੜਾ ਨਾਮ ਜਪਣਾ ਉਸ ਨੂੰ ਪ੍ਰਾਰੰਭ ਕਰ ਸਕਦੇ ਹਾਂ। ਡਾਕਟਰ ਭਾਈ ਵੀਰ ਸਿੰਘ ਜੀ ਬਚਨ ਲਿਖਦੇ ਹਨ ਕਿ ਨਾਮ ਕੋਈ ਇੱਦਾਂ ਨਹੀਂ ਕਿ ਤੁਸੀਂ ਸ਼ੁਰੂਆਤ ਦੇ ਅੰਦਰ 2.5 ਘੰਟੇ 5 ਘੰਟੇ ਨਾਮ ਜਪੋ। ਉਹ ਲਿਖਦੇ ਹਨ ਕਿ ਤੁਸੀਂ 5 ਮਿੰਟਾਂ ਤੋਂ ਜਿਹੜਾ ਨਾਮ ਜਪਣਾ ਉਹ ਸ਼ੁਰੂ ਕਰੋ। ਜਪਦਿਆਂ ਜਪਦਿਆਂ ਜਦੋਂ ਉਹ ਇੱਕ ਰਸ ਤੁਹਾਨੂੰ ਨਾਮ ਬਖਸ਼ੇਗਾ ਉਸ ਆਨੰਦ ਦੇ ਅੰਦਰ ਜਿਹੜਾ ਸਮਾਂ ਹੈ ਉਹ ਆਪਣੇ ਆਪ ਵੱਧ ਜਾਵੇਗਾ। ਇੱਕ ਸਮਾਂ ਐਸਾ ਆਵੇਗਾ ਕਿ ਜਦੋਂ ਜਪਣਾ ਵੀ ਨਹੀਂ ਪੈਣਾ ਆਪਣੇ ਆਪ ਜਪਿਆ ਜਾਵੇਗਾ। ਕਿਉਂਕਿ ਜਿਹੜਾ ਗੁਣ ਜਿਹੜੀ ਵਡਿਆਈ ਸਾਡੀ ਯਾਦ ਬਣ ਜਾਵੇ ਉਸ ਨੂੰ ਫਿਰ ਵਾਰ-ਵਾਰ ਯਾਦ ਨਹੀਂ ਕਰਨਾ ਪੈਂਦਾ। ਇੱਕ ਵਿਦਵਾਨ ਬੜੇ ਸੁੰਦਰ ਬਚਨ ਲਿਖਦਾ ਹੈ ਕਿ ਪਹਿਲੇ ਪਹਿਰ ਹਰ ਕੋਈ ਜਾਗੈ ਦੂਜੇ ਪਹਿਰ ਭੋਗੀ। ਪਹਿਲਾ ਜਿਹੜਾ ਪਹਿਰ ਹੈ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਹੁੰਦਾ ਹੈ। ਉਹ ਜਿਹੜਾ ਸਮਾਂ ਆਖਦੇ ਨੇ ਕਿ ਪਹਿਲੇ ਪਹਿਰ ਹਰ ਕੋਈ ਜਾਗੈ, ਸਾਰੇ ਹੀ ਜਾਗਦੇ ਨੇ। ਜਿੰਨੇ ਵੀ ਦੁਨੀਆ ਦੇ ਲੋਕ ਭਾਵੇਂ ਅਮੀਰ ਗਰੀਬ ਪੜ੍ਹੇ ਲਿਖੇ ਅਨਪੜ੍ਹ ਧਰਮੀ ਹੋਣ ਜਾਂ ਨਾ ਧਰਮੀ ਹੋਣ, ਪਰ ਉਸ ਤੋਂ ਅੱਗੇ ਲਿਖਦਾ ਹੈ ਵਿਦਵਾਨ ਕਿ ਦੂਜੇ ਪਹਿਰ ਭੋਗੀ। ਜਿਹੜਾ ਦੂਸਰਾ ਪਹਿਰ ਹੈ 9 ਵਜੇ ਤੋਂ 12 ਵਜੇ ਤੱਕ ਕੋਈ ਮਾਸ ਸ਼ਰਾਬ ਖਾਣ ਵਾਲੇ ਵਿਸ਼ੇ ਵਿਕਾਰ ਭੋਗਣ ਵਾਲੇ ਜਿਹੜੇ ਮਨੁੱਖ ਨੇ ਉਹ ਜਾਗਦੇ ਆ। ਤੀਜੇ ਪਹਿਰ ਤਸਕਰ ਜਾਗੈ ਤੇ ਰਾਤ ਦਾ ਜਿਹੜਾ ਤੀਜਾ ਪਹਿਰ ਹੈ 12 ਵਜੇ ਤੋਂ ਲੈ ਕੇ ਸਮਾਂ ਜਿਹੜਾ ਹੈ ਉਦੋਂ ਜਿਹੜੇ ਤਸਕਰ ਨੇ ਚੋਰ ਆਦਿਕ ਚੋਰੀ ਕਰਨ ਵਾਲੇ ਉਹ ਜਾਗਦੇ ਆ। ਚੌਥਾ ਪਹਿਰ ਜੋਗੀ ਤੇ ਜਿਹੜਾ ਚੌਥਾ ਪਹਿਰ ਹੈ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 6 ਵਜੇ ਦਾ ਉਦੋਂ ਜਾਗਦੇ ਨੇ ਜੋਗੀ ਲੋਕ। ਜੋਗੀ ਅਰਥ ਹੁੰਦਾ ਹੈ, ਜੋਗ ਦਾ ਅਰਥ ਹੁੰਦਾ ਹੈ ਜੁੜਨਾ ਤੇ ਜੋਗੀ ਦਾ ਅਰਥ ਹੋਇਆ ਜਿਹੜਾ ਜੁੜਿਆ ਹੋਵੇ। ਜਿਹੜੇ ਉਸ ਵਾਹਿਗੁਰੂ ਦੀ ਯਾਦ ਦੇ ਨਾਲ ਜੁੜੇ ਹੋਏ ਗੁਰਸਿੱਖ ਨੇ ਉਹ ਜਾਗਦੇ ਆ। ਸਤਿਗੁਰੂ ਸਾਹਿਬ ਜੀ ਲਿਖਦੇ ਹਨ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਇਸੇ ਤਰ੍ਹਾਂ ਦੇ ਬਚਨ ਸਾਨੂੰ ਪਾਵਨ ਗੁਰਬਾਣੀ ਚੋਂ ਹੋਰ ਜਗ੍ਹਾ ਵੀ ਮਿਲਦੇ ਨੇ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਕਿ ਸਵੇਰੇ ਸਾਡਾ ਜਿਹੜਾ ਉੱਠਣ ਦਾ ਪਹਿਲਾ ਸਮਾਂ ਹੈ ਉਹ ਸਾਡੇ ਨਾਮ ਜਪਣ ਤੋਂ ਉਸ ਦੀ ਸ਼ੁਰੂਆਤ ਹੋਵੇ। ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਜਿਹੜਾ ਕਰਮ ਅੱਗੇ ਵੱਧਦਾ ਹੈ ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਜਿਹੜਾ ਅੰਮ੍ਰਿਤ ਵੇਲੇ ਦਾ ਨਾਮ ਹੈ ਉਹ ਅਸੀਂ ਬਿਨਾਂ ਇਸ਼ਨਾਨ ਕੀਤਿਆਂ ਵੀ ਜਪ ਸਕਦੇ ਹਾਂ। ਬਸ਼ਰਤੇ ਇਹ ਹੈ ਕਿ ਅਸੀਂ ਦੇਖ ਕੇ ਬਾਣੀ ਨਹੀਂ ਪੜ੍ਹਨੀ। ਸੁਤੇ ਸਿੱਧ ਜਿਹੜਾ ਵਾਹਿਗੁਰੂ ਜਾਪ ਹੈ ਅਸੀਂ ਮੂੰਹ ਹੱਥ ਧੋ ਕਰਕੇ ਪਾਣੀ ਆਦਿਕ ਪੀ ਕੇ ਜਪ ਸਕਦੇ ਹਾਂ। ਸਤਿਗੁਰੂ ਸਾਹਿਬ ਜੀ ਲਿਖਦੇ ਹਨ ਉਪਦੇਸ਼ ਗੁਰੂ ਹਰ ਹਰ ਜਪ ਜਾਪੈ
ਸਭ ਕਿਲਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉਠਦਿਆ ਹਰ ਨਾਮ ਤੇ ਆਵੈ। ਕਿ ਫਿਰ ਮੇਰਾ ਜਿਹੜਾ ਗੁਰਸਿੱਖ ਹੈ ਚੜ੍ਹੇ ਦਿਵਸ, ਜਦੋਂ ਦਿਨ ਦੀ ਸ਼ੁਰੂਆਤ ਹੋ ਜਾਵੇ, ਉਸ ਵੇਲੇ ਤੋਂ ਲੈ ਕੇ ਨਾਮ ਜਪਦਾ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਸ਼ੁਰੂ ਕਰੇ ਤੇ ਸੂਰਜ ਚੜ੍ਹ ਜਾਵੇ, ਉਦੋਂ ਤੱਕ ਨਾਮ ਹੀ ਜਪਦਾ ਰਵੇ, ਗੁਰਬਾਣੀ ਪੜ੍ਹਦਾ ਰਵੇ, ਉਹ ਅਸਲ ਗੁਰਸਿੱਖ ਹੈ। ਅੱਜ ਅਸੀਂ ਜਿਹੜੀ ਪਰਿਭਾਸ਼ਾ ਅਸੀਂ ਆਪ ਬਣਾ ਲਈ ਹੈ ਜਾਂ ਸਾਡੇ ਕਲਾਕਾਰਾਂ ਨੇ ਬਣਾ ਦਿੱਤੀ ਹੈ, ਸਾਰੇ ਗੰਦੇ ਮੰਦੇ ਗੀਤ ਗਾ ਕੇ ਵੀ ਆਖ ਦਿੰਦੇ ਆ ਕਿ ਅਸੀਂ ਵੀ ਸਿੱਖ ਹਾਂ। ਆਖ ਦਿੰਦੇ ਹਨ ਕਿ ਸਾਡਾ ਵੀ ਇਹ ਪੰਥ ਹੈ। ਜੇ ਪੰਥ ਤੁਹਾਡਾ ਵੀ ਹੈ ਤਾਂ ਜਿਹੜੀਆਂ ਵਿਚਾਰਾਂ ਨੇ ਉਹ ਕੋਈ ਬਾਹਰੋਂ ਆ ਕੇ ਥੋੜੀ ਮੰਨੇਗਾ। ਇੱਕ ਆਪਾਂ ਉਦਾਹਰਣ ਦੇ ਨਾਲ ਗੱਲ ਸਮਝਦੇ ਹਾਂ ਕਿ ਜਿਹੜਾ ਇੱਕ ਬਿਮਾਰ ਮਨੁੱਖ ਹੈ, ਬਿਮਾਰ ਮਨੁੱਖ ਦੇ ਕੋਈ ਸੱਟ ਵੱਜੀ ਹੋਵੇ ਤੇ ਉਹ ਜਿਹੜਾ ਮਨੁੱਖ ਹੈ ਆਪਣੇ ਜ਼ਖਮ ਨੂੰ ਪੱਟੀ ਦੇ ਨਾਲ ਢੱਕ ਕੇ ਰੱਖਦਾ ਹੈ। ਉਸੇ ਪ੍ਰਕਾਰ ਹੀ ਜਿਹੜਾ ਅੰਮ੍ਰਿਤ ਵੇਲੇ ਜਾਗਦਾ ਨਹੀਂ, ਉਹ ਵੀ ਮਾਨੋ ਬਿਮਾਰ ਹੈ, ਮਾਨਸਿਕ ਤੌਰ ਤੇ ਵੀ ਔਰ ਸਰੀਰਕ ਤੌਰ ਤੇ ਵੀ, ਕਿਉਂਕਿ ਉਸ ਨੇ ਸੂਰਜ ਚੜ੍ਹਨ ਤੱਕ ਜਿਹੜੀ ਚਾਦਰ ਹੈ, ਕੰਬਲ ਹੈ, ਜਿਹੜੀ ਆਪਣੇ ਉੱਪਰ ਤਾਣੀ ਹੋਈ ਹੈ। ਇੱਕ ਵਿਦਵਾਨ ਲਿਖਦਾ ਹੈ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੈ ਨਿਤ, ਇੱਕ ਵਧੇਂਦੀ ਯਾਰ ਦਾ ਆਰਜਾ, ਦੂਜਾ ਸਾਹਿਬ ਚਿੱਤ। ਕਹਿੰਦੇ ਕਿ ਜਿਹੜਾ ਅੰਮ੍ਰਿਤ ਵੇਲੇ ਦਾ ਜਾਗਣਾ ਹੈ ਉਹ ਹਮੇਸ਼ਾ ਹੀ ਲਾਭਕਾਰੀ ਹੁੰਦਾ ਹੈ। ਉਸ ਦੇ ਦੋ ਲਾਭ ਨੇ, ਇੱਕ ਵਧੇਂਦੀ ਆਰਜਾ ਕਿ ਇੱਕ ਤਾਂ ਜਿਹੜਾ ਸਰੀਰ ਹੈ ਇਹ ਤੰਦਰੁਸਤ ਰਹਿੰਦਾ, ਤੇ ਦੂਜਾ ਸਾਹਿਬ ਚਿੱਤ, ਸੁਤੇ ਸਿੱਧ ਹੀ ਜਿਹੜਾ ਨਾਮ ਹੈ ਉਹ ਜਪਣ ਨੂੰ ਮਨ ਕਰਦਾ ਹੈ। ਆਪਾਂ ਜਿਹੜੇ ਕੋਈ ਸੰਸਾਰ ਦੇ ਅੰਦਰ ਵੱਡੇ ਬਿਜ਼ਨਸਮੈਨ ਨੇ ਜਾਂ ਜਿਹੜੇ ਸਿੱਖਿਆਦਾਇਕ ਮੋਟੀਵੇਸ਼ਨਰ ਨੇ, ਉਹ ਵੀ ਇੱਕ ਗੱਲ ਆਖਦੇ ਹਨ ਕਿ ਜਿਹੜੇ ਕਾਮਯਾਬ ਲੋਕ ਦੁਨੀਆ ਦੇ ਵਿੱਚ ਹੋਏ ਆ, ਉਹਨਾਂ ਨੇ ਸਵੇਰ ਦਾ ਜਿਹੜਾ ਸਮਾਂ ਹੈ ਜਿਸ ਨੂੰ ਅਸੀਂ ਅੰਮ੍ਰਿਤ ਵੇਲਾ ਆਖਦੇ ਹਾਂ, ਉਸ ਵੇਲੇ ਉਹਨਾਂ ਨੇ ਸੌਂ ਕੇ ਨਹੀਂ ਗੁਜ਼ਾਰਿਆ। ਤੇ ਜੇ ਅਸੀਂ ਵੀ ਧਰਮ ਦੀ ਦੁਨੀਆ ਦੇ ਵਿੱਚ ਸਫਲ ਹੋਣਾ ਚਾਹੁੰਦੇ ਹਾਂ ਤੇ ਸਾਡੇ ਕੋਲ ਅੰਮ੍ਰਿਤ ਵੇਲਾ ਹੋਣਾ ਬੜਾ ਲਾਜ਼ਮੀ ਹੈ, ਕਿਉਂਕਿ ਸਾਡੇ ਸੌਂਦਿਆਂ ਹੋਇਆਂ, ਸਾਡੇ ਖਾਂਦੇ ਪੀਂਦਿਆਂ ਹੋਇਆਂ, ਕੰਮ ਧੰਦੇ ਕਰਦਿਆਂ ਹੋਇਆਂ ਇਹ ਉਮਰ ਗੁਜ਼ਰਦੀ ਜਾ ਰਹੀ ਹੈ। ਤੇ ਇਹ ਅਸੀਂ ਜਿਹੜਾ ਆਪਣਾ ਜੀਵਨ ਹੈ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾਕ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਸੋਚਦੀ ਹੈ ਕਿ ਸ਼ਾਇਦ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਬੜੀ ਧੂਮ ਧਾਮ ਦੇ ਨਾਲ ਅਸੀਂ ਜਨਮ ਦਿਨ ਮਨਾਉਣੇ ਆ, ਜਿਹੜੀ ਸਾਡੀ ਰਹੋ ਰੀਤ ਨਹੀਂ ਹੈ। ਤੇ ਪਾਵਨ ਗੁਰਬਾਣੀ ਆਖਦੀ ਹੈ ਕਿ ਮਾਂ ਤੂੰ ਇੰਨੀ ਗੱਲ ਵੀ ਨਹੀਂ ਜਾਣਦੀ ਕਿ ਜਿਹੜੀ ਉਮਰ ਹੈ ਉਹ ਵੱਧ ਨਹੀਂ ਰਹੀ, ਉਹ ਦਿਨੋਂ ਦਿਨ ਘਟ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬੱਧਕ ਜਿਉ, ਕਹੋ ਕਵਨ ਬਿਦ ਕੀਜੈ। ਕਿ ਜਿਹੜੀ ਮੌਤ ਸ਼ਿਕਾਰਨ ਬਣੀ ਹੋਈ ਹੈ ਉਹ ਸਾਡੇ ਹਮੇਸ਼ਾ ਹੀ ਮਗਰ ਲੱਗੀ ਹੋਈ ਹੈ। ਇੱਕ ਗੱਲ ਦੀ ਸਚਾਈ ਹੈ ਕਿ ਅਸੀਂ ਮੌਤ ਦੇ ਕੋਲੋਂ ਬਚ ਤਾਂ ਸਕਦੇ ਨਹੀਂ, ਪਰ ਜੇ ਕਿਧਰੇ ਸਾਨੂੰ ਅੰਮ੍ਰਿਤ ਵੇਲੇ ਜਾਗਣਾ ਆ ਜਾਵੇ, ਅੰਮ੍ਰਿਤ ਨਾਮ ਦੀ ਜੇ ਕਿਧਰੇ ਸਾਨੂੰ ਪ੍ਰਾਪਤੀ ਹੋ ਜਾਵੇ, ਤੇ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕੁਰਬਾਨੀ ਤਿਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿਨਾਂ ਗੁਰਸਿੱਖਾਂ
ਅੰਮ੍ਰਿਤ ਵੇਲੇ ਸਰ ਨਾ ਵੰਦੇ। ਉਹਨਾਂ ਗੁਰਸਿੱਖਾਂ ਤੋਂ ਵਾਰਨੇ ਬਲਿਹਾਰਨੇ ਜਾਣਾ ਕਰੋ ਜਿਹੜੇ ਅੰਮ੍ਰਿਤ ਵੇਲਾ ਸਾਂਭਦੇ ਆ। ਅੰਮ੍ਰਿਤ ਵੇਲੇ ਨਾਵਣਾ ਗੁਰਮੁਖ ਜਪ ਗੁਰਮੰਤ ਜਪਾਇਆ। ਨਾਲੇ ਆਪ ਜਪਦੇ ਨੇ ਤੇ ਨਾਲ ਆਪਣੇ ਨਾਲਦਿਆਂ ਨੂੰ ਗੁਰਸਿੱਖਾਂ ਨੂੰ ਨਾਮ ਜਪਾ ਕਰਕੇ ਉਹਨਾਂ ਦਾ ਵੀ ਜੀਵਨ ਸਫਲ ਕਰਦੇ ਆ। ਦੇਖੋ ਇਹ ਜਿਹੜਾ ਜੀਵਨ ਹੈ, ਇਸ ਬ੍ਰਹਿਮੰਡ ਨੂੰ ਸਾਜਣ ਵੇਲੇ ਪਰਮੇਸ਼ਰ ਵਾਹਿਗੁਰੂ ਨੇ ਜਿਹੜੇ 5 ਤੱਤ ਹਨ ਉਹਨਾਂ ਨੂੰ ਬਣਾਇਆ। ਧਰਤੀ ਹੈ, ਪਾਣੀ ਹੈ, ਆਕਾਸ਼ ਹੈ, ਹਵਾ ਹੈ, ਅਗਨੀ ਹੈ। ਇਹਨਾਂ ਤੱਤਾਂ ਦਾ ਜਿਹੜਾ ਵਿਚਾਰ ਹੈ ਉਹ ਸਾਨੂੰ ਸਮਝਣਾ ਬੜਾ ਜ਼ਰੂਰੀ ਹੈ। ਉਸ ਦੀ ਵਜ੍ਹਾ ਇਹ ਹੈ ਕਿ ਜੇ ਅਸੀਂ ਤੱਤਾਂ ਦੇ ਅਨੁਸਾਰ ਆਪਣਾ ਜੀਵਨ ਜਿਉਣ ਲੱਗ ਜਾਈਏ, ਅਸੀਂ ਧਾਰਮਿਕ ਤੌਰ ਤੇ ਵੀ ਔਰ ਸੰਸਾਰੀ ਤੌਰ ਤੇ ਵੀ ਸੁਖੀ ਹੋ ਸਕਦੇ ਹਾਂ। ਪਹਿਲਾ ਜਿਹੜਾ ਧਰਤੀ ਤੱਤ ਹੈ, ਇਸ ਦੀ ਸ਼ੁਰੂਆਤ ਹੁੰਦੀ ਹੈ ਰਾਤ 10:47 ਤੋਂ ਲੈ ਕੇ 1:11 ਤੱਕ। ਇਹ ਜਿਹੜਾ ਧਰਤੀ ਤੱਤ ਹੈ ਇਹ ਚੱਲਦਾ ਹੈ, ਇਹ ਹੈ ਸੌਣ ਦਾ ਸਮਾਂ। ਪਰ ਅੱਜ ਅਸੀਂ ਕੀ ਕਰਦੇ ਹਾਂ ਕਿ ਸਾਡਾ ਜਿਹੜਾ ਖਾਣ ਪਾਣ ਹੈ, ਸੌਣਾ ਧੋਣਾ ਹੈ, ਉਹ ਸਾਰਾ ਹੀ ਵਿਗੜਦਾ ਜਾਂਦਾ ਹੈ, ਜਿਸ ਦੇ ਕਾਰਨ ਅਸੀਂ ਨਾ ਧਰਮੀ ਬਣ ਪਾ ਰਹੇ ਹਾਂ ਤੇ ਨਾ ਹੀ ਸੰਸਾਰੀ ਤੌਰ ਤੇ ਸਾਡਾ ਸਰੀਰ ਤੰਦਰੁਸਤ ਰਹਿ ਪਾ ਰਿਹਾ ਹੈ। ਇਸ ਲਈ ਧਰਤੀ ਤੱਤ ਦੇ ਅੰਦਰ, ਕਿਉਂਕਿ ਜਿਹੜਾ ਧਰਤੀ ਹੈ ਇਹ ਹੈ ਕਿ ਇਸ ਵੇਲੇ ਸੌਣ ਦਾ ਜਿਹੜਾ ਸਮਾਂ ਇਹ ਨਿਸ਼ਚਿਤ ਕੀਤਾ ਹੋਇਆ। ਉਸ ਤੋਂ ਬਾਅਦ ਚੱਲਦਾ ਹੈ ਪਾਣੀ ਤੱਤ। 1:11 ਤੋਂ ਲੈ ਕੇ 3:35 ਤੱਕ ਜਿਹੜਾ ਪਾਣੀ ਤੱਤ ਉਹ ਚੱਲਦਾ ਹੈ, ਜਿਹੜਾ ਹੈ ਇਸ਼ਨਾਨ ਕਰਨ ਦਾ ਸਮਾਂ। ਉਸ ਤੋਂ ਬਾਅਦ ਆਉਂਦਾ ਹੈ ਆਕਾਸ਼ ਤੱਤ। ਆਕਾਸ਼ ਤੱਤ 3:35 ਤੋਂ ਲੈ ਕੇ 5:59 ਤੱਕ ਇਹ ਜਿਹੜਾ ਆਕਾਸ਼ ਤੱਤ ਹੈ ਇਹ ਚੱਲਦਾ ਹੈ। ਤੇ ਆਕਾਸ਼ ਜਿਹੜਾ ਸਾਡੇ ਸਿਰ ਦੇ ਉੱਪਰ ਹੈ, ਜਿਹੜਾ ਸੁੰਨ ਸਮਾਧੀ ਵੇਲੇ ਸਾਡੇ ਸਿਮਰਨ ਕਰਨ ਦੇ ਵੇਲੇ ਸਹਾਈ ਹੁੰਦਾ ਹੈ। ਹੁਣ ਜਿਹੜੇ ਸਮੇਂ ਅਸੀਂ ਸੌਣਾ ਹੁੰਦਾ ਉਹ ਅਸੀਂ ਜਾਗ ਕੇ ਗੁਜ਼ਾਰ ਦਿੰਨੇ ਆ, ਤੇ ਜਦੋਂ ਜਾਗਣਾ ਹੁੰਦਾ ਉਹ ਸਮਾਂ ਅਸੀਂ ਸੌਂ ਕੇ ਗੁਜ਼ਾਰ ਦਿੰਨੇ ਆ। ਜਿਵੇਂ ਇੱਕ ਬੜੇ ਵੱਡੇ ਮਹਾਨ ਢਾਡੀ ਦਿਲਬਰ ਜੀ ਹੋਏ ਨੇ। ਉਹਨਾਂ ਨੇ ਬਾਹਰ ਕਿਸੇ ਇੱਕ ਮਨੁੱਖ ਨੂੰ ਪੁੱਛਿਆ ਕਿ ਭਾਈ ਤੁਸੀਂ ਅੰਮ੍ਰਿਤ ਵੇਲਾ ਕਦੋਂ ਸਾਂਭਦੇ ਹੋ? ਉਹ ਆਖਦਾ ਕਿ ਅਸੀਂ 8 ਵਜੇ ਅੰਮ੍ਰਿਤ ਵੇਲੇ ਉੱਠਦੇ ਹਾਂ। ਦਿਲਬਰ ਜੀ ਆਖਣ ਲੱਗੇ ਕਿ ਜਾਂ ਤਾਂ ਤੂੰ ਅੰਮ੍ਰਿਤ ਵੇਲਾ ਨਾ ਆਖ ਤੇ ਜਾਂ ਕੋਈ ਸਮਾਂ ਬਦਲ। ਉਹ ਆਖਣ ਲੱਗਾ ਕਿ ਅਸੀਂ 4 ਵਜੇ ਤੇ ਕੰਮਕਾਰ ਕਰਕੇ ਸੌਂਦੇ ਹਾਂ, ਸਾਡਾ ਅੰਮ੍ਰਿਤ ਵੇਲੇ ਤੇ ਫਿਰ 8 ਵਜੇ ਹੀ ਹੁੰਦਾ। ਇਸ ਲਈ ਅਸੀਂ ਮਾਇਆ ਦੇ ਮਗਰ ਲੱਗੇ ਹੋਏ। ਠੀਕ ਹੈ ਕਿ ਸਰੀਰਕ ਜਿਹੜੀਆਂ ਜ਼ਰੂਰਤਾਂ ਨੇ, ਸੰਸਾਰ ਨੂੰ ਅਸੀਂ ਚਲਾਉਣਾ ਹੈ, ਉਹ ਵੀ ਆਪਣੋ ਜਗ੍ਹਾ ਸਭ ਠੀਕ ਹਨ। ਪਰ ਜਿਹੜੀ ਧਰਮ ਦੀ ਰਵਾਇਤ ਹੈ, ਅਸੀਂ ਉਸ ਤੋਂ ਮੁਨਕਰ ਹੋ ਕਰਕੇ ਕਦੇ ਵੀ ਮਨ ਕਰਕੇ ਸ਼ਾਂਤੀ ਜਿਹੜੀ ਹੈ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸ ਲਈ 3:35 ਤੋਂ ਲੈ ਕੇ 5:59 ਤੱਕ ਜਿਹੜਾ ਸਮਾਂ ਹੈ ਉਹ ਸਿਮਰਨ ਕਰਨ ਦਾ ਸਮਾਂ ਚੱਲਦਾ ਹੈ। ਉਸ ਤੋਂ ਬਾਅਦ 5:59 ਤੋਂ ਲੈ ਕੇ 8:23 ਤੱਕ ਜਿਹੜਾ ਹਵਾ ਤੱਤ ਹੈ ਉਹ ਚੱਲਦਾ ਹੈ, ਜਿਸ ਦੇ ਵਿੱਚ ਅਸੀਂ ਆਪਣੇ ਸਰੀਰ ਦੀ ਜਿਹੜੀ ਕਿਰਿਆ ਹੈ, ਐਕਟੀਵਿਟੀ ਹੈ,
ਸੈਰ ਕਰਨੀ ਜਾਂ ਹੋਰ ਜਿਹੜੀ ਕੋਈ ਸਰੀਰਕ ਤੌਰ ਤੇ ਅਸੀਂ ਮਿਹਨਤ ਕਰਨੀ ਉਸ ਨੂੰ ਕਰ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਅਗਨੀ ਤੱਤ। 8:23 ਤੋਂ ਲੈ ਕਰਕੇ 10:47 ਤੱਕ ਜਿਹੜਾ ਅਗਨੀ ਤੱਤ ਉਹ ਚੱਲਦਾ ਹੈ, ਜਿਸ ਦੇ ਅੰਦਰ ਅਸੀਂ ਜਿਹੜਾ ਖਾਣ ਪਾਣ ਹਾਂ ਉਹ ਕਰਦੇ ਹਾਂ। ਅੱਜ ਅਸੀਂ ਅੰਗਰੇਜ਼ੀਅਤ ਦੇ ਤੌਰ ਤੇ ਉਹਨਾਂ ਨੂੰ ਫੋਲੋ ਕਰਦੇ ਹੋਏ, ਉਹਨਾਂ ਦੇ ਵਰਤੋਂ ਵਿਹਾਰ ਨੂੰ ਵੇਖਦੇ ਹੋਏ ਆਪਣਾ ਜਿਹੜਾ ਖਾਣਾ ਦਾਣਾ ਹੈ ਉਸ ਦਾ ਵੀ ਅਸੀਂ ਕੋਈ ਰੂਪ ਹੋਰ ਹੀ ਬਣਾ ਲਿਆ ਹੈ। ਸੋ ਚਲੋ ਇਹ ਵੱਖਰਾ ਵਿਸ਼ਾ ਹੈ, ਪਰ ਇੱਥੇ ਹੈ ਜਿਹੜਾ ਅੰਮ੍ਰਿਤ ਵੇਲਾ ਹੈ। ਸਤਿਗੁਰੂ ਸਾਹਿਬ ਜੀ ਨੇ ਜਿਹੜੀ ਅੰਮ੍ਰਿਤ ਵੇਲੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਠ ਇਸ਼ਨਾਨ ਕਰਹੁ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੇ ਦਾਵ ਲੰਘਾਵੇ, ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ। ਕਿ ਜਿਹੜਾ ਆਪਣਾ ਸਮਾਂ ਪਾਵਨ ਨਾਮ ਜਪਦਿਆਂ ਹੋਇਆਂ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਇਸ ਤਰੀਕੇ ਦੇ ਨਾਲ ਆਪਣਾ ਜਨਮ ਸਫਲਾ ਕਰਦਾ ਹੈ, ਉਹੀ ਮਾਨੋ ਗੁਰੂ ਕਾ ਸਿੱਖ ਅਖਵਾ ਸਕਦਾ ਹੈ। ਸਤਿਗੁਰੂ ਸਾਹਿਬ ਜੀ ਦਾ ਇਹ ਚੌਥਾ ਬਚਨ ਜਿਸ ਪ੍ਰਕਾਰ ਛੰਦਾਬੰਦੀ ਦੇ ਰੂਪ ਦੇ ਵਿੱਚ ਆ ਰਿਹਾ ਹੈ, ਉਹ ਜਿਹੜੇ ਪਾਵਨ ਬਚਨ ਹਨ, ਸ਼ਰਵਣ ਕਰਨਾ ਕਰੀਏ ਜੀ। ਦੋਹਰਾ ਅੰਮ੍ਰਿਤ ਵੇਲੇ ਜਾਗਣਾ, ਯਾਦ ਰੱਖੋ ਗੁਰਵਾਕ। ਸਤਿਗੁਰੂ ਸਾਹਿਬ ਜੀ ਦਾ ਜਿਹੜਾ ਚੌਥਾ ਬਚਨ ਹੈ, ਇਹ ਹੈ ਕਿ ਅੰਮ੍ਰਿਤ ਵੇਲੇ ਜਾਗਣਾ, ਯਾਦ ਰੱਖੋ ਗੁਰਵਾਕ। ਕਵੀ ਗਿਆਨੀ ਭਗਵਾਨ ਸਿੰਘ ਜੀ ਲਿਖਦੇ ਹਨ ਕਿ ਇਹ ਜਿਹੜਾ ਗੁਰੂ ਦਾ ਵਾਕ ਹੈ, ਗੁਰੂ ਦਾ ਉਪਦੇਸ਼ ਹੈ, ਇਸ ਨੂੰ ਯਾਦ ਰੱਖਣਾ ਕਰੋ ਕਿ ਅੰਮ੍ਰਿਤ ਵੇਲੇ ਜਾਗਣਾ। ਜਿਹੜੀ ਬਹਾਨੇਬਾਜ਼ੀ ਦੀ ਦੁਨੀਆ ਹੈ, ਇਸ ਤੋਂ ਆਪਾਂ ਬਾਹਰ ਆ ਕਰਕੇ ਆਪਾਂ ਆਖਦੇ ਹਾਂ ਕਿ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ। ਉਸ ਦੀ ਸਭ ਤੋਂ ਜਿਹੜੀ ਮੁੱਖ ਰੂਪ ਦੇ ਅੰਦਰ ਵਜ੍ਹਾ ਇਹ ਹੈ ਕਿ ਸਾਡਾ ਖਾਣਾ ਤੇ ਸਾਡਾ ਜਿਹੜਾ ਸੌਣਾ ਹੈ ਇਹ ਨਹੀਂ ਠੀਕ। ਆਮ ਜਿਹੜੇ ਅਸੀਂ ਬਜ਼ੁਰਗ ਵੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਹੀ, ਜਦੋਂ ਸੂਰਜ ਹਜੇ ਢਲਿਆ ਨਹੀਂ ਹੁੰਦਾ ਉਸ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲੈਂਦੇ ਆ। ਤੇ ਅੱਜ ਸ਼ਹਿਰੀ ਲੋਕਾਂ ਦਾ ਖਾਣਾ ਹੀ ਜਿਹੜਾ 10-11 ਵਜੇ ਹੋ ਗਿਆ ਹੈ, ਫਿਰ ਉਹ ਕਦੋਂ ਪਚਣਾ ਤੇ ਕਦੋਂ ਉਸ ਨੇ ਤੱਤ ਦੇਣਾ ਤੇ ਕਦੋਂ ਅਸੀਂ ਜਾਗਣਾ। ਇਸ ਲਈ ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਇਹ ਜਿਹੜਾ ਗੁਰੂ ਦਾ ਉਪਦੇਸ਼ ਹੈ, ਅੰਮ੍ਰਿਤ ਵੇਲੇ ਦਾ ਜਾਗਣਾ, ਇਸ ਨੂੰ ਯਾਦ ਰੱਖਣਾ ਕਰੋ। ਆਲਸ ਨੀਂਦ ਤਿਆਗ ਕੈ। ਤੇ ਜਿਹੜੀ ਆਲਸ ਹੈ ਔਰ ਜਿਹੜੀ ਨੀਂਦ ਹੈ, ਇਸ ਦਾ ਤਿਆਗ ਕਰਕੇ, ਭਾਵ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਪਾਵਨ ਸੋਹਿਲਾ ਸਾਹਿਬ ਜੀ ਦਾ ਪਾਠ ਕਰਕੇ ਜਦੋਂ ਅਰਦਾਸ ਕਰਦੇ ਹਾਂ, ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਇਹ ਬੇਨਤੀ ਕਰੀਏ ਕਿ ਸਤਿਗੁਰੂ ਸਾਹਿਬ ਜੀਓ, ਆਪ ਜੀ ਦੀ ਕਿਰਪਾਲਤਾ ਦੇ ਸਦਕਾ ਮੇਰਾ ਜਿਹੜਾ ਦਿਨ ਹੈ, ਆਪ ਜੀ ਦੀ ਬਾਣੀ ਪੜ੍ਹਦਿਆਂ ਹੋਇਆਂ, ਗੁਰਮੁਖਾਂ ਦੀ ਸੰਗਤ ਕਰਦਿਆਂ ਹੋਇਆਂ ਸਫਲਾ ਹੋਇਆ। ਅੱਗੇ ਆਉਣ ਵਾਲੀ ਜਿਹੜੀ ਸਵੇਰ ਹੈ, ਆਪ ਹੀ ਸਾਨੂੰ ਉਦਮ ਬਖਸ਼ ਕਰਕੇ ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ, ਉਸ ਦੀ ਦਾਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਆਲਸ ਨੀਂਦ ਤਿਆਗ ਕੇ, ਕਿ ਜਿਹੜਾ ਆਲਸ ਹੈ ਔਰ ਬਹੁਤੀ ਜਿਹੜੀ ਬੇਲੋੜੀ ਨੀਂਦ ਹੈ। ਇੱਕ ਵਿਦਵਾਨ ਮਹਾਪੁਰਖ ਲਿਖਦੇ ਹਨ ਕਿ ਦੋ ਤਰ੍ਹਾਂ ਦੇ ਮਨੁੱਖ ਹੁੰਦੇ ਹਨ, ਇੱਕ ਸੁੱਤੇ ਹੋਏ ਤੇ ਇੱਕ ਮਚਲੇ ਹੋਏ।
ਜਿਹੜੇ ਤਾਂ ਸੁੱਤੇ ਹੋਣ ਉਹਨਾਂ ਨੂੰ ਉਠਾਇਆ ਜਾ ਸਕਦਾ ਹੈ, ਜਿਹੜੇ ਉਦਾਂ ਹੀ ਚਾਦਰ ਘੁੱਟ ਕੇ ਪਏ ਹੋਣ ਉਹਨਾਂ ਨੂੰ ਕੋਈ ਵੀ ਗੁਰੂ ਪੀਰ ਉਠਾ ਨਹੀਂ ਸਕਦਾ। ਇਸ ਲਈ ਸਤਿਗੁਰੂ ਸਾਹਿਬ ਜੀ ਆਖਦੇ ਨੇ ਕਿ ਭਾਈ ਗੁਰਸਿੱਖੋ, ਜਿਹੜੀ ਆਲਸ ਹੈ ਔਰ ਬੇਲੋੜੀ ਜਿਹੜੀ ਨੀਂਦ ਹੈ, ਇਸ ਦਾ ਤਿਆਗ ਕਰਕੇ ਸਾਵਧਾਨ ਹੋਏ ਆਪ। ਸਾਵਧਾਨ ਹੋ ਕਰਕੇ, ਸਤਰਕ ਹੋ ਕਰਕੇ ਜਿਹੜਾ ਨਾਮ ਹੈ, ਗੁਰਬਾਣੀ ਦਾ ਜਾਪ ਹੈ, ਔਰ ਜਿਹੜੀ ਅੰਮ੍ਰਿਤ ਵੇਲੇ ਦੀ ਗੁਰੂ ਕੀ ਸੰਗਤ ਹੈ, ਦਰਬਾਰ ਦੀਆਂ ਜਿਹੜੀਆਂ ਹਾਜ਼ਰੀਆਂ ਨੇ ਉਹਨਾਂ ਨੂੰ ਭਰਨਾ ਕਰੋ, ਕਿਉਂਕਿ ਉਸ ਦੇ ਨਾਲ ਸਾਡੇ ਦਿਨ ਦੀ ਜਿਹੜੀ ਸ਼ੁਰੂਆਤ ਹੈ, ਗੁਰੂ ਜੀ ਦੇ ਦਰਸ਼ਨ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਔਰ ਗੁਰਮੁਖਾਂ ਦੀ ਜਿਹੜੀ ਸੰਗਤ ਹੈ ਉਹ ਕਰਦਿਆਂ ਹੋਇਆਂ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਤਰਸ ਕਰਨ, ਸਤਿਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਆਪਾਂ ਹਰ ਵੇਲੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀਓ, ਜਿੱਥੇ ਅਸੀਂ ਇਹ ਤੁਹਾਡੇ ਉੱਤਮ ਬਚਨ ਸ਼ਰਵਣ ਕਰ ਰਹੇ ਹਾਂ, ਆਪ ਹੀ ਸਾਨੂੰ ਸਮਰੱਥਾ ਬਖਸ਼ ਕਰਕੇ ਇਹਨਾਂ ਬਚਨਾਂ ਦੇ ਸਾਨੂੰ ਧਾਰਨੀ ਬਣਾਉਣਾ ਕਰੋ, ਜਿਸ ਦੇ ਸਦਕਾ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਣਾ ਕਰੇ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੀਏ ਜੀ। ਅੰਮ੍ਰਿਤ ਵੇਲੇ ਜਾਗਣਾ, ਯਾਦ ਰੱਖੋ ਗੁਰਵਾਕ। ਆਲਸ ਨੀਂਦ ਤਿਆਗ ਕੈ, ਸਾਵਧਾਨ ਹੋਏ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।